ਮੈਨੂੰ ਕੁਛ ਬੰਦਿਆਂ ਤੋਂ ਸਾਈਡ ਤੋਂ ਪਤਾ ਲੱਗਿਆ ਕਿ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਗਰੀਬ ਪਰਿਵਾਰ ਦਾ ਲਾਤਾ ਤੇ ਭੁੱਖ ਬੜੀ ਖਿਲਾਰੇਗਾ। ਤੇ ਉੱਥੇ 5 ਡਾਇਰੈਕਟਰ ਮੈਂਬਰ ਜਿਹੜੇ ਮੇਰੇ ਸੀ, ਜਿੰਨੀ ਦੇਰ ਮੈਂ ਚੇਅਰਮੈਨ ਰਿਹਾ, ਉਹ ਮਾਰਕੀਟ ਕਮੇਟੀ ਨਹੀਂ ਆਏ। ਕਿਸੇ ਤਰ੍ਹਾਂ ਦਾ ਕੋਈ ਜਿਹੜਾ ਭ੍ਰਿਸ਼ਟਾਚਾਰ ਦੇ ਪ੍ਰਤੀ ਕੋਈ ਪੈਸਾ ਇਕੱਠਾ ਕਰਨਾ ਜੇ ਮੈਨੂੰ ਪਤਾ ਲੱਗ ਗਿਆ, ਬਾਕੀ ਮੈਂ ਹਰ ਚੀਜ਼ ਮਾਫ ਕਰਾਂਗਾ, ਲੇਕਿਨ ਇਹ ਚੀਜ਼ ਮਾਫ ਨਹੀਂ ਕਰਾਂ। ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਕਿੰਨੇ ਚੇਅਰਮੈਨ ਹੋ ਕੇ ਗਏ ਨੇ ਤੇ ਮੇਰੇ ਤੋਂ ਬਾਅਦ ਕਿੰਨੇ ਆਉਣਗੇ, ਬਟ ਮੈਂ ਤੁਹਾਨੂੰ ਇੱਕ ਚੈਲੰਜ ਨਾਲ ਕਹਿਣਾ ਕਿ ਮੇਰੇ ਨਾਲੋਂ ਅਮੀਰ ਬੰਦਾ ਪਹਿਲੇ ਨਾ ਕੋਈ ਆਇਆ ਹੋਏਗਾ ਤੇ ਨਾ ਮੇਰੇ ਤੋਂ ਬਾਅਦ ਆਣਾ। ਸਿਆਸਤ ਤੇ ਭ੍ਰਿਸ਼ਟਾਚਾਰ ਦਾ ਰਿਸ਼ਤਾ ਚੋਲੀ ਦਾਮਨ ਦੇ ਸਾਥ ਵਰਗਾ ਹੁੰਦਾ ਹੈ। ਅਕਸਰ ਤੁਸੀਂ ਦੇਖਿਆ ਤੇ ਸੁਣਿਆ ਹੋਵੇਗਾ ਕਿ ਜਿਸਨੇ ਇੱਕ ਵਾਰ ਕੋਈ ਸਰਕਾਰੀ ਅਹੁਦਾ ਹੰਡਾਇਆ ਹੈ, ਉਸ ਦੀਆਂ ਪੁਸ਼ਤਾਂ ਤੱਕ ਧਰ ਗਈਆਂ। ਜ਼ਮੀਨ ਜਾਇਦਾਦ ਤੇ ਧਨ ਦੌਲਤ ਦੀ ਕੋਈ ਕਮੀ ਨਹੀਂ ਰਹਿੰਦੀ, ਪਰ ਐਸੇ ਭ੍ਰਿਸ਼ਟਾਚਾਰ ਦੇ ਦੌਰ ਵਿੱਚ ਕੋਈ ਇਮਾਨਦਾਰ ਸ਼ਖਸ ਚੇਅਰਮੈਨ ਹੰਡਾ ਕੇ ਦਾਣਾ ਮੰਡੀ ਵਿੱਚ ਆਪਣੇ ਬੱਚਿਆਂ ਨਾਲ ਮਿਹਨਤ ਮਜ਼ਦੂਰੀ ਕਰਦਾ ਹੋਇਆ ਫਖਰ ਮਹਿਸੂਸ ਕਰ ਰਿਹਾ ਹੈ, ਤਾਂ ਤੁਹਾਨੂੰ ਸੁਣ ਕੇ ਯਕੀਨ ਨਹੀਂ ਹੋਵੇਗਾ, ਪਰ ਤੁਹਾਨੂੰ ਯਕੀਨ ਕਰਨਾ ਹੀ ਪਵੇਗਾ ਕਿ ਕੋਲੇ ਦੀ ਖਾਣ ਵਿੱਚੋਂ ਹੀ ਹੀਰਾ ਤੇ ਚਿੱਕੜ ਵਿੱਚੋਂ ਹੀ ਕਮਲ ਮਿਲਦਾ ਹੈ। ਸੰਨ 2002 ਤੋਂ 2007 ਵਿੱਚ ਕਾਂਗਰਸ ਦੀ ਸਰਕਾਰ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸੰਨ 2005 ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲੇ ਜੇਮਸ ਮਸੀਹ ਨੂੰ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ। ਚੇਅਰਮੈਨ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਂਦੇ ਹੋਏ ਮਾਰਕੀਟ ਕਮੇਟੀ ਦਾ ਸੁਧਾਰ ਕੀਤਾ ਤੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਚੇਅਰਮੈਨੀ ਤੋਂ ਬਾਅਦ ਦੁਬਾਰਾ ਦਾਣਾ ਮੰਡੀ ਵਿੱਚ ਪੱਲੇਦਾਰੀ ਕਰਨ ਲੱਗ ਪਿਆ। ਸੋ ਇਹ ਖਾਸ ਰਿਪੋਰਟ ਹੈ ਉਸ ਇਮਾਨਦਾਰ ਫਕਰ ਚੇਅਰਮੈਨ ਦੀ। पंजाब ਦੇ ਵਿੱਚ ईमानदारी और सच्चाई जिंदा है मेरे दोस्त। अक्सर नेतावां ਦਾ ਜਦੋਂ ਜ਼ਿਕਰ ਆਉਂਦਾ ਤੇ ਜੇਕਰ ਨੇਤਾ ਕੋਈ ਮਾਮੂਲੀ ਜਿਹਾ ਅਹੁਦਾ ਵੀ ਲੈ ਲਵੇ ਤੇ ਕਰੋੜਪਤੀ ਲੱਖਪਤੀ ਮਾਮੂਲੀ ਗੱਲ ਹੈ ਕਿ ਉਹ ਬਣ ਜਾਂਦਾ ਹੈ। ਤੇ ਗੱਲ ਕੀਤੀ ਜਾਵੇ ਚੇਅਰਮੈਨੀ ਦਾ ਜ਼ਿਕਰ ਆਉਂਦੇ ਉਹ ਵੀ ਮਾਰਕੀਟ ਕਮੇਟੀ ਦੀ, ਤਾਂ ਮੂੰਹ 'ਚ ਪਾਣੀ ਆ ਜਾਂਦਾ ਕਿ ਮਾਰਕੀਟ ਕਮੇਟੀ ਦਾ ਅਗਰ ਕੋਈ ਬੰਦਾ ਚੇਅਰਮੈਨ ਬਣੇਗਾ ਤਾਂ ਬਹੁਤ ਵੱਡਾ ਉਹ ਸੇਠ ਬਣ ਜਾਏਗਾ, ਕਿਉਂਕਿ ਕਮਾਈ ਬਹੁਤ ਵੱਡੀ ਹੋ ਜਾਂਦੀ ਹੈ। ਔਰ ਕੋਈ ਵੀ ਐਸਾ ਚੇਅਰਮੈਨ ਨਹੀਂ ਹੈ ਪੰਜਾਬ ਦੇ ਵਿੱਚ ਹੁਣ ਤੱਕ ਕਿਸੇ ਵੀ ਪਾਰਟੀ ਦਾ ਜਿਹੜਾ ਚੇਅਰਮੈਨ ਬਣਿਆ ਹੋਵੇ ਤੇ ਉਹਦੇ ਬਾਅਦ ਉਹਦੇ ਘਰ ਲక్ష్ਮੀ ਦੇ ਢੇਰ ਨਾ ਲੱਗੇ ਹੋਣ। ਵਾਧੂ ਬਹੁਤ ਧਨ ਦੌਲਤਾਂ ਦੇ ਅੰਬਾਰ, ਦੌਲਤਾਂ ਦੇ ਜ਼ਮੀਨ ਜਾਇਦਾਦਾਂ ਦੇ ਵੱਡੇ ਅੰਬਾਰ ਲੱਗ ਜਾਂਦੇ। ਪਰ ਅਸੀਂ ਤੁਹਾਨੂੰ ਇੱਕ ਐਸੇ ਚੇਅਰਮੈਨ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀ, ਲੇਬਰ ਕਰਦਾ ਸੀ, ਔਰ ਉਸ ਲੇਬਰ ਤੋਂ ਬਾਅਦ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਦਾ ਹੈ। ਔਰ ਉਸ ਚੇਅਰਮੈਨੀ ਤੋਂ ਬਾਅਦ ਫਿਰ ਉਸੇ ਹੀ ਮੰਡੀ ਦੇ ਵਿੱਚ, ਦਾਣਾ ਮੰਡੀ 'ਚ, ਕਣਕ ਮੰਡੀ ਦੇ ਵਿੱਚ ਫਿਰ ਆਣ ਕੇ ਲੇਬਰ ਕਰਦਾ ਆਪਣੇ ਪਰਿਵਾਰ ਦੇ ਨਾਲ। ਸੋ ਅਸੀਂ ਐਸੇ ਤੁਹਾਨੂੰ ਇੱਕ ਮਿਹਨਤਕਸ਼ ਇਮਾਨਦਾਰ ਚੇਅਰਮੈਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਕੁਰਸੀ ਦੇ ਦੁਰਉਪਯੋਗ, ਆਪਣੇ ਅਹੁਦੇ ਦਾ ਦੁਰਉਪਯੋਗ ਨਹੀਂ ਕੀਤਾ। ਔਰ ਕਿਉਂ ਨਹੀਂ ਕੀਤਾ ਜਾਂ ਕੀ ਕਾਰਨ ਸੀ ਇੰਨੀ ਇਮਾਨਦਾਰੀ ਦੀ, ਔਰ ਇਹ ਇਮਾਨਦਾਰੀ ਕਿਹਦੀਆਂ ਅੱਖਾਂ 'ਚ ਰੜਕਦੀ ਰਹੀ, ਔਰ ਇਹ ਮਿਸਾਲ ਬਣਨ ਲੱਗਿਆ ਇਹਨਾਂ ਨੂੰ ਕਿੰਨਾ ਤਪ ਕਰਨਾ ਪਿਆ, ਕਿੰਨਾ ਕਸ਼ਟ ਸਹਿਣਾ ਪਿਆ। ਆਓ ਅਸੀਂ ਜਾਣਦੇ ਹਾਂ ਜੇਮਸ ਮਸੀਹ ਦੇ ਕੋਲੋਂ। ਸਵਾਗਤ ਹੈ। ਥੈਂਕ ਯੂ ਸਰ। ਸਭ ਤੋਂ ਪਹਿਲਾਂ ਜੀ, ਕਿਹੜੀ ਸਰਕਾਰ ਸੀ ਜਿਸ ਸਰਕਾਰ ਦੇ ਵੇਲੇ ਤੁਸੀਂ ਚੇਅਰਮੈਨੀ ਦੀ ਤਾਜਪੋਸ਼ੀ? ਮੈਂ ਕਾਂਗਰਸ ਆਈ ਥੀ ਜੀ, ਸੰਨ ਦੀ ਗੱਲ ਹੈ ਜੀ? 2005 ਤੋਂ 2007 ਤੱਕ। ਠੀਕ ਹੈ ਜੀ। ਤੋ ਤਾਜਪੋਸ਼ੀ ਕਰਨ ਵੇਲੇ ਕੌਣ ਕੌਣ ਸੀ ਔਰ ਕਿਹਨਾਂ ਦੇ ਕਹਿਣ ਦੇ ਉੱਤੇ ਤੁਹਾਨੂੰ ਚੇਅਰਮੈਨੀ ਮਿਲੀ ਸੀ? ਔਰ ਉਸ ਚੇਅਰਮੈਨੀ ਦੀ ਤਾਜਪੋਸ਼ੀ ਮੌਕੇ ਧਾਰੀਵਾਲ ਮਾਰਕੀਟ ਕਮੇਟੀ ਦੇ ਜਦੋਂ ਤੁਸੀਂ ਚੇਅਰਮੈਨ ਬਣਦੇ ਹੋ ਤਾਂ ਕੌਣ ਕੌਣ ਸੀ? ਮੈਨੂੰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਦੇ ਆਸ਼ੀਰਵਾਦ ਦੇ ਨਾਲ ਮੈਂ ਮਾਰਕੀਟ ਕਮੇਟੀ ਧਾਰੀਵਾਲ ਦਾ ਚੇਅਰਮੈਨ ਬਣਿਆ। ਮੈਂ ਲਗਾਤਾਰ ਉਹਨਾਂ ਦੇ ਨਾਲ ਹੀ ਪਾਰਟੀ ਦੀ ਸੇਵਾ ਕੀਤੀ ਹੈ। ਔਰ ਮੈਂ 1997 ਤੋਂ ਲੈ ਕੇ ਤੇ ਲਗਭਗ ਹੁਣ ਤੱਕ ਕਾਂਗਰਸ ਪਾਰਟੀ ਦੇ ਨਾਲ ਹੀ ਹਾਂ। ਜੀ ਜੀ ਜੀ। ਚੇਅਰਮੈਨੀ ਤੁਹਾਨੂੰ ਕਿਹੜੀ ਸੰਨ 'ਚ ਮਿਲੀ? ਮੈਨੂੰ 2005 ਦੇ ਵਿੱਚ ਜੀ। ਤੋ ਕਿੰਨੇ ਸਾਲ ਮੌਕਾ ਮਿਲਿਆ ਤੁਹਾਨੂੰ ਚੇਅਰਮੈਨ? ਮੈਂ 2005 ਤੋਂ ਲੈ ਕੇ 2007 ਵਿੱਚ ਜਦੋਂ ਸਰਕਾਰ ਬਦਲ ਜਾਂਦੀ ਹੈ ਫਿਰ ਚੇਅਰਮੈਨ ਹੀ ਮੇਰੀ। ਓਕੇ। 2005 ਤੋਂ 2007 ਦੇ 2 ਸਾਲ ਦਾ ਇਹਨਾਂ ਨੂੰ ਮੌਕਾ ਮਿਲਦਾ ਚੇਅਰਮੈਨੀ ਦਾ, ਮਾਰਕੀਟ ਕਮੇਟੀ ਦੀ ਚੇਅਰਮੈਨੀ ਦੇ ਵਿੱਚ। ਮਾਰਕੀਟ ਕਮੇਟੀ ਦੀ ਚੇਅਰਮੈਨੀ ਜਦੋਂ ਤੁਸੀਂ ਕਰਦੇ ਹੋ, ਇੱਕ ਮਜ਼ਦੂਰ ਬੰਦਾ, ਇੱਕ ਮਿਹਨਤਕਸ਼ ਬੰਦਾ ਚੇਅਰਮੈਨੀ ਦੀ ਕੁਰਸੀ 'ਤੇ ਬੈਠ ਕੇ ਕੀ ਮਹਿਸੂਸ ਕਰਦਾ? ਬੜਾ ਅੱਛਾ ਲੱਗਿਆ।
ਕਿ ਚਲੋ ਕਿਸੇ ਗਰੀਬ ਵਰਗ ਦੇ ਬੰਦੇ ਨੂੰ ਵੀ ਜਿਹੜਾ ਕਿ ਇਹੋ ਜਿਹਾ ਅੱਛਾ ਅਹੁਦਾ ਨਿਭਾਉਣ ਦੇ ਲਈ ਮੌਕਾ ਮਿਲਿਆ। ਇਹਨਾਂ ਦੀ ਸਾਰੀ ਜਿਹੜੀ ਦੇਣ ਹੈ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੂੰ ਸਾਰਾ ਸਿਹਰਾ ਜਾਂਦਾ ਕਿ ਚੇਅਰਮੈਨੀ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਮੈਂ ਉਦੋਂ ਵੀ ਲੇਬਰ ਕਰਦਾ ਸੀਗਾ ਜੀ। ਖਾਸ ਕਰਕੇ ਜ਼ਿਆਦਾਤਰ ਸਾਡਾ ਪਰਿਵਾਰ ਦਾ ਹੀ ਪ੍ਰੋਫੈਸ਼ਨ ਹੈ ਕਿ ਪੱਲੇਦਾਰੀ ਜਾਂ ਇਹਨਾਂ ਤੋਂ ਮੰਡੀਆਂ ਦੇ ਸੀਜ਼ਨ ਤੋਂ ਬਾਅਦ ਮੁੜ ਕੇ ਦੂਜੀ ਘਰੇਲੂ ਕੋਈ ਵੀ ਜਿਹੜੀ ਆ ਲੇਬਰ ਉਹ ਇਸ ਵੇਲੇ ਜਦੋਂ ਉਹ ਮੌਕਾ ਸੀ ਜਦੋਂ ਤੁਹਾਨੂੰ ਚੇਅਰਮੈਨੀ ਮਿਲਦੀ ਹੈ, ਉਸ ਮੌਕੇ ਵੀ ਬਟਾਲਾ ਦੀ ਦਾਣਾ ਮੰਡੀ 'ਚ ਹੀ ਮਿਹਨਤ ਕਰਦੇ ਸੀ ਔਰ ਚੇਅਰਮੈਨੀ ਤੋਂ ਬਾਅਦ ਵੀ ਇੱਥੇ ਕਰ ਰਹੇ ਹੋ ਕਿ ਜਾਂ ਪਹਿਲਾਂ ਕਿਤੇ ਹੋਰ ਸੀ? ਦੇਖੋ ਜੀ, ਮੈਂ ਬਟਾਲਾ 'ਚ ਵੀ ਕੰਮ ਕੀਤਾ, ਮੈਂ ਛੋਟੇ ਘੁੰਮਣ ਵੀ ਕੰਮ ਕੀਤਾ, ਤੇ ਇਸ ਤੋਂ ਇਲਾਵਾ ਪਹਿਲੇ ਜਦੋਂ ਮੈਂ ਸਟਾਰਟਿੰਗ ਲੇਬਰ ਕੀਤੀ ਸੀ ਮੈਂ ਕਾਲਾ ਫਗਾਨਾ ਦੀ ਮੰਡੀ ਦੇ ਵਿੱਚ ਫੋਕਲ ਪੁਆਇੰਟ ਸੀ। ਕਰਨਾ ਕੀ ਹੁੰਦਾ ਜੀ ਇਹ ਜੋ ਮਿਹਨਤ ਤੁਸੀਂ ਕਰਦੇ ਚ ਕਿਹੜਾ ਕੰਮ ਕਰਦੇ? ਜ਼ਿਮੀਂਦਾਰ ਦਾ ਜਿਹੜਾ ਅਨਾਜ ਆਉਂਦਾ ਹੈ ਜੀ ਉਹਦਾ ਮੰਡੀਆਂ ਦੇ ਉੱਤੇ ਜਦੋਂ ਉਤਰਦਾ ਉਹਨੂੰ ਉਤਾਰਨਾ, ਉਹਦੀ ਸਫਾਈ ਕਰਨੀ ਤੇ ਬੋਰੀਆਂ 'ਚ ਭਰ ਕੇ ਤੁਲਾਈ ਕਰਨੀ। ਇੱਕ ਚੇਅਰਮੈਨ ਜਦੋਂ ਐਡੀ ਵੱਡੀ ਕੁਰਸੀ ਤੋਂ ਉੱਠ ਕੇ ਤੇ ਆਣ ਕੇ ਫਿਰ ਬੋਰੀਆਂ ਭਰੇ, ਸਿਰ ਤੇ ਭਾਰ ਢੋਵੇ, ਲੋਕੀ ਤੇ ਕਹਿੰਦੇ ਹੋਣੇ ਆ ਵੀ ਉਹ ਵੇਖੋ ਚੇਅਰਮੈਨ ਸਾਡੀਆਂ ਬੋਰੀਆਂ ਢੋਂਡਿਆ। ਠੀਕ ਹੈ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ, ਇਹ 'ਚ ਦੂਸਰੀ ਕੋਈ ਰਾਏ ਨਹੀਂ ਆ। ਬਟ ਉਸ ਪਰਮਾਤਮਾ ਦੀ ਦਇਆ ਦੇ ਨਾਲ ਉਹਨੇ ਬੜਾ ਵੱਡਾ ਸਬਰ ਤੇ ਸਿਦਕ ਦਿੱਤਾ ਕਿ ਰੋਟੀ ਜਿਹੜੀ ਆ ਇਮਾਨਦਾਰੀ ਦੀ ਖਾਧੀ ਜਾਵੇ ਤੇ ਅੱਛੀ ਲੱਗਦਾ ਹੈ। ਮੇਰਾ ਚੇਅਰਮੈਨੀ ਦੇ ਦੌਰਾਨ ਤੁਹਾਨੂੰ ਸਰਕਾਰ ਵੱਲੋਂ ਕੀ ਸਹੂਲਤਾਂ ਮਿਲੀਆਂ ਸੀ? ਗੱਡੀ ਮਿਲੀ ਸੀ, ਗਨਮੈਨ ਮਿਲੇ ਸੀ, ਪੀਏ ਮਿਲਿਆ ਸੀ, ਕੀ ਮਿਲਿਆ? ਦੇਖੋ ਜੀ, ਗਨਮੈਨ ਦੀ ਫੈਸਿਲਿਟੀ ਮੇਰੇ ਕੋਲ ਹੈ ਸੀ ਬਟ ਮੈਂ ਨਹੀਂ ਸੀ ਲਿਆ। ਗੱਡੀ ਉਦੋਂ ਮਾਰਕੀਟ ਕਮੇਟੀ ਦੀ ਆਪਣੀ ਨਹੀਂ ਸੀਗੀ ਤੇ ਉਹਨਾਂ ਨੇ ਹਾਇਰ ਕਰਕੇ ਜਿਹੜਾ ਗੱਡੀ ਦਾ ਖਰਚਾ ਹੁੰਦਾ ਸੀ ਉਹ ਮਿਲ ਜਾਂਦਾ ਸੀ ਜੀ। ਔਰ ਚੇਅਰਮੈਨੀ ਤੋਂ ਬਾਅਦ ਤਾਂ ਫਿਰ ਜ਼ਰੂਰਤ ਹੀ ਨਹੀਂ ਪੈਂਦੀ। ਇਹਨਾਂ 2 ਸਾਲਾਂ ਦੇ ਵਿੱਚ ਮੈਂ ਲੋਕਾਂ ਨੂੰ ਦੇਖਿਆ, ਚੇਅਰਮੈਨਾਂ ਨੂੰ ਵੇਖਿਆ ਕਿ ਇੰਨਾ ਕੁ ਉਹਨਾਂ ਨੇ ਮਤਲਬ ਤਰੱਕੀ ਕੀਤੀ ਹੈ ਕਿ ਇੰਨੀ ਤਰੱਕੀ ਉਹਨਾਂ ਕੋਲ 20 ਸਾਲਾਂ 'ਚ ਨਹੀਂ ਸੀ ਹੋਈ ਜਿਹੜੀ 2-2, 3-3 ਸਾਲਾਂ 'ਚ ਕੀਤੀ ਹੈ। ਸੋ ਤੁਸੀਂ ਚੇਅਰਮੈਨ ਹੋ ਕੇ ਵੀ ਕੰਗਾਲ ਕਿੱਦਾਂ ਰਹਿ ਗਏ? ਦੇਖੋ ਜੀ, ਮੈਂ ਇਹਦੇ ਪ੍ਰਤੀ ਤੁਹਾਨੂੰ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਮੈਨੂੰ ਜਿਹੜੇ ਆ ਇਸ ਤਰ੍ਹਾਂ ਦਾ ਲਾਭ ਨਹੀਂ ਸੀ ਮਿਲ ਸਕਦਾ। ਲਾਭ ਮਿਲ ਸਕਦਾ ਸੀ ਬਟ ਅੰਦਰਲੀ ਜਿਹੜੀ ਮੇਰੀ ਆਤਮਾ ਸੀ, ਅੰਤਰਾਤਮਾ ਮੇਰੀ, ਉਹ ਇਜਾਜ਼ਤ ਨਹੀਂ ਸੀ ਦਿੰਦੀ ਕਿਉਂਕਿ ਮੇਰਾ ਜਦੋਂ ਜਵਾਨੀ 'ਚ ਮੇਰਾ ਜਿਹੜਾ ਮਨ ਹੈ ਉਹ ਇਮਾਨਦਾਰੀ ਵਾਲੇ ਪਾਸੇ ਰਿਹਾ ਤੇ ਇਮਾਨਦਾਰੀ ਦੇ ਨਾਲ ਹੀ ਮੈਂ ਇੱਕ ਪ੍ਰਣ ਵੀ ਲਿਆ ਸੀ ਜਦੋਂ ਮੈਂ ਚੇਅਰਮੈਨ ਬਣਿਆ ਕਿ ਇਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਬੇਦਾਗ ਜਿਹੜਾ ਅਹੁਦਾ ਨਿਭਾਉਣਾ ਆ, ਜਿਸ ਦੇ ਨਾਲ ਮੇਰੇ ਪਰਿਵਾਰ ਦਾ, ਮੇਰੀ ਕਮਿਊਨਿਟੀ ਦਾ, ਖਾਸ ਕਰਕੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਦਾ ਤੇ ਕਾਂਗਰਸ ਪਾਰਟੀ ਦਾ ਜਿਹੜਾ ਉਹ ਨਾਮ ਬਣਿਆ ਰਵੇ, ਅੱਛਾ ਨਾਮ, ਜਿਹੜਾ ਕਿ ਇੱਕ ਪਤਾ ਲੱਗੇ ਵੀ ਲੋਕਾਂ ਨੂੰ ਕਿ ਚੰਗਾ ਜਿਹੜਾ ਮਤਲਬ ਪਤਾ ਲੱਗੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਸ਼ਖਸ ਤੇ ਭਰੋਸਾ ਕੀਤਾ ਉਹ ਸੋਨੇ ਵਾਂਗੂ ਖਰਾ ਨਿਕਲਿਆ। ਉਹਨਾਂ ਪ੍ਰਤਾਪ ਸਿੰਘ ਬਾਜਵੇ ਦੇ ਨਾਂ ਨੂੰ ਹੋਰ ਚਮਕਾਇਆ ਹੈ ਔਰ ਇਹ ਸਾਬਤ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਜਿਸ ਤੇ ਵੀ ਭਰੋਸਾ ਕਰਦੇ ਨੇ ਉਹ ਬੰਦਾ ਕਦੀ ਵੀ ਬੇਈਮਾਨ ਤੇ ਦਗਾਬਾਜ਼ ਨਹੀਂ ਹੋ ਸਕਦਾ। ਤੁਸੀਂ ਇਹ ਗੱਲ ਸਾਬਤ ਕਰ ਦਿੱਤੀ। ਅੱਛਾ, ਜਦੋਂ ਤੁਸੀਂ ਮੈਂ ਚੇਅਰਮੈਨੀ ਦੀ ਗੱਲ ਕਰਾਂ ਤੁਹਾਡੇ ਨਾਲ, ਕਿ ਚੇਅਰਮੈਨੀ ਦੇ ਵਿੱਚ ਜਦੋਂ ਬੰਦਾ ਪੈਰ ਰੱਖਦਾ, ਤੁਸੀਂ ਪਹਿਲਾਂ ਵੀ ਕਦੀ ਕਿਸੇ ਅਹੁਦੇ ਤੇ ਕੰਮ ਕੀਤਾ ਸੀ ਕਿ ਜਾਂ ਸਿੱਧਾ ਹੀ ਲੇਬਰ ਕਰਦੇ ਕਰਦੇ ਚੇਅਰਮੈਨੀ ਦਾ ਅਹੁਦਾ ਮਿਲ ਗਿਆ? ਦੇਖੋ ਜੀ, ਮੈਨੂੰ ਪਹਿਲਾਂ ਵੀ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੇ ਜਿਸ ਦਾ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਿਹੜਾ ਇਹਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਨਵਾਜਿਆ ਸੀ ਤੇ ਮੈਨੂੰ ਜ਼ੋਨ ਇੰਚਾਰਜ ਵੀ ਉਸ ਟਾਈਮ ਤੇ ਮੈਂ ਸੀਗਾ। ਬਾਕੀ ਸਟੇਟ ਲੈਵਲ ਤੇ ਵੀ ਮੈਂ ਜਿਹੜਾ ਉਹਨਾਂ ਨੇ ਮੈਨੂੰ ਆਪਣਾ ਪਾਰਟੀ ਦੇ ਵਿੱਚ ਅੱਛਾ ਅਹੁਦਾ ਦਿੱਤਾ। ਇੱਕ ਗੱਲ ਮੈਂ ਕੌੜਾ ਸੱਚ ਹੈ, ਥੋੜਾ ਜਿਹਾ ਕੌੜਾ ਹੈ ਔਰ ਮੈਨੂੰ ਪਤਾ ਹੈ ਕਿ ਜਿੱਡੇ ਇਮਾਨਦਾਰ ਤੁਸੀਂ ਬੰਦੇ ਹੋ, ਸੱਚ ਜ਼ਰੂਰ ਬੋਲੋਗੇ, ਕੈਮਰੇ ਦੇ ਸਾਹਮਣੇ ਦਰਸ਼ਕਾਂ ਨੂੰ ਦੱਸੋਗੇ ਜ਼ਰੂਰ ਦੁਨੀਆ ਦੀ ਹਕੀਕਤ, ਬਾਕੀਆਂ ਦੀ ਸੱਚਾਈ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਚੇਅਰਮੈਨੀ ਦੇ ਅਹੁਦੇ ਦੇ ਉੱਤੇ ਬੈਠਦੇ, ਕੁਰਸੀ 'ਤੇ ਬੈਠਦੇ ਹੋ, ਤਾਂ ਤੁਹਾਡੇ ਕੋਲ ਲਾਲਚਾਂ ਦੇ ਢੇਰ ਤਾਂ ਲੱਗੇ ਹੋਣਗੇ,
ਕਈ ਕੰਮਾਂ ਵਾਸਤੇ ਕਰਾਉਣ ਵਾਸਤੇ ਲੋਕਾਂ ਨੇ ਤੁਹਾਨੂੰ ਬੜੀਆਂ ਵੱਡੀਆਂ ਆਫਰਾਂ ਕੀਤੀਆਂ ਹੋਣਗੀਆਂ। ਉਹਨਾਂ ਦੇ ਵਿੱਚ ਆਫਰ ਜਿਹੜੀ ਸ਼ੁਰੂਆਤ ਹੋਈ ਸੀ, ਤੁਹਾਨੂੰ ਪਹਿਲੀ ਵਾਰੀ ਕਿਸੇ ਨੇ ਲਾਲਚ ਦਿੱਤਾ ਤੇ ਕਿੱਡੀ ਰਕਮ ਸੀ, ਤੇ ਵੱਡੀ ਤੋਂ ਵੱਡੀ ਕਿੱਡੀ ਵੱਡੀ ਰਕਮ ਦਾ ਲਾਲਚ ਤੁਹਾਨੂੰ ਦਿੱਤਾ ਗਿਆ? ਦੇਖੋ ਜੀ, ਮੈਂ ਤੁਹਾਨੂੰ ਪਹਿਲੇ ਵੀ ਦੱਸਣਾ ਚਾਹਿਆ ਕਿ ਮੈਂ ਇਹਦੇ ਪ੍ਰਤੀ ਮੈਂ ਨਹੀਂ ਕੋਈ ਗੱਲ ਕਰਾਂਗਾ ਕਿ ਲਾਲਚ ਨਹੀਂ ਸੀ। ਲਾਲਚ ਆਏ ਵੀ, ਬਟ ਮੈਂ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ। ਅੱਛਾ, ਤੇ ਤੁਹਾਡੇ ਬੱਚੇ ਕਿੰਨੇ? ਮੇਰੇ 3 ਬੇਟੇ ਨੇ। ਵੱਡੀ ਮੇਰੀ ਬੇਟੀ ਸੀ ਜਿਹੜੀ ਕਿ ਐਕਸੀਡੈਂਟ ਦੇ ਦੌਰਾਨ ਉਹ ਐਕਸਪਾਇਰ ਹੋ ਗਏ, ਤੇ ਮੇਰੇ ਕੋਲ ਹੁਣ 3 ਬੇਟੇ ਆ। ਬੇਟੇ ਕੀ ਕਰਦੇ? ਬੇਟੇ ਮੇਰੇ ਨਾਲ ਲੇਬਰ ਕਰ ਰਹੇ ਆ। ਤੇ ਬੇਟਿਆਂ ਨੇ ਔਰ ਘਰ ਦੀ ਨੇ ਤੇ ਰਿਸ਼ਤੇਦਾਰਾਂ ਨੇ ਕਦੀ ਤੁਹਾਨੂੰ ਕੁੱਟਣ ਨੂੰ ਜੀ ਨਹੀਂ ਕਰਦਾ ਉਹਨਾਂ ਨੂੰ ਕਿ ਵੀ ਆਓ ਇਹਨੂੰ ਲੰਮੇ ਪਾਈਏ, ਵੀ ਇਹ ਬੰਦਾ ਹੈ ਤੇ ਚੇਅਰਮੈਨ ਸੀ ਤੇ ਸਾਨੂੰ ਭੁੱਖਿਆ ਮਾਰਨ ਡਿਆ ਤੇ ਸਾਡੇ ਕੋ ਲੇਬਰ ਕਰਾਉਣ ਡਿਆ? ਦੇਖੋ ਜੀ, ਮੈਂ ਇਹ ਵੀ ਇੱਕ ਤੁਹਾਨੂੰ ਬੜੇ ਫਖਰ ਦੇ ਨਾਲ ਦੱਸਣਾ ਚਾਹਾਂਗਾ ਕਿ ਮੇਰਾ ਪਰਿਵਾਰ, ਮੇਰੀਆਂ ਭੈਣਾਂ, ਮੇਰੇ ਭਰਾ ਜਿਹੜੇ ਕਿ ਬਲੱਡ ਰਿਲੇਸ਼ਨ ਦੇ ਵਿੱਚ, ਤੇ ਖਾਸ ਕਰਕੇ ਮੇਰੇ ਬੱਚੇ, ਉਹ ਇਸ ਚੀਜ਼ ਤੇ ਮਾਣ ਪ੍ਰਗਟ ਕਰਦੇ ਨੇ, ਫਖਰ ਪ੍ਰਗਟ ਕਰਦੇ ਨੇ ਕਿ ਸਾਡੇ ਪਾਪਾ ਇੱਕ ਇਮਾਨਦਾਰ ਬਸਰ ਨੇ, ਤੇ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਅਸੀਂ ਪਾਪਾ ਦੀਆਂ ਲੀਹਾਂ ਤੇ ਚੱਲੀਏ। ਉਹਦਾ ਜਿਹੜਾ ਸਬੂਤ ਹੈ ਕਿ ਮੇਰੇ 3 ਹੀ ਬੱਚੇ ਅੱਛੇ ਜਵਾਨ ਨੇ, ਤੇ 3 ਹੀ ਰੱਬ ਦੇ ਨਾਮ ਵਾਲੇ। ਜਵਾਨੀ ਦੇ ਦਿਨਾਂ ਦੇ ਵਿੱਚ ਕੋਈ ਨਸ਼ਾ ਨਹੀਂ ਹੈ, ਤੇ ਉਹ ਵੀ ਜਿਸ ਤਰ੍ਹਾਂ ਮੈਂ ਰੱਬ ਦੇ ਡਰ 'ਚ ਰਹਿਣਾ, ਉਹ ਵੀ ਰੱਬ ਦੇ ਡਰ 'ਚ ਰਹਿਣਾ। ਨਹੀਂ, ਇਹ ਮੈਂ ਸਵਾਲ ਇਸ ਕਰਕੇ ਨਹੀਂ ਸੀ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਤੁਹਾਨੂੰ ਕੁੱਟ ਪਵੇ ਘਰਦਿਆਂ ਕੋ। ਮੈਂ ਨਹੀਂ, ਉਹਦਾ ਸਵਾਲ ਮੈਂ ਵੈਸੇ ਪੁੱਛਿਆ ਵੀ ਕਿਸੇ ਵੇਲੇ ਬੀਬੀਆਂ ਬੈਠ ਕੇ ਗੱਲ ਕਰ ਹੀ ਫਖਰ ਮਹਿਸੂਸ ਕਰ ਮੇਰੇ। ਕਿਉਂਕਿ ਪਿੰਡਾਂ ਦੇ ਵਿੱਚ ਇੱਕ ਸਰਪੰਚ ਦੀ, ਪੰਚ ਦੀ ਘਰ ਦੀ ਹੈ ਨਾ, ਉਹ ਕਹਿ ਦਿੰਦੀ ਹੈ ਐਡੇ ਮੋਟੇ ਕੈਂਠੇ ਪਾ ਕੇ, ਐਡੀ ਮੋਟਾ ਕੜਾ ਤੇ ਐਡੀ ਮੋਟੀ ਚੈਨ ਪਾ ਕੇ, ਤੇ ਅਗਲੀ ਕਹਿੰਦੀ ਵੇਖ ਮੈਂ ਸਰਪੰਚਾ ਨਹੀਂ ਹੈ। ਕਦੇ ਮਜ਼ਾਕ ਦੇ ਵਿੱਚ, ਕਦੇ ਮਜ਼ਾਕ ਦੇ ਵਿੱਚ ਹੋ ਸਕਦਾ, ਬਟ ਉਹ ਮੇਰੇ ਤੇ ਫਖਰ ਕਰਦੇ ਨੇ ਕਿ ਜਦੋਂ ਆਪਾਂ ਪ੍ਰੇਰਿਤ ਕਰਦੇ ਆ, ਪਰਮੇਸ਼ਰ ਦੇ ਅੱਗੇ ਬੈਠਦੇ ਆ, ਤੇ ਉਦੋਂ ਪ੍ਰੇਰ ਦੇ ਵਿੱਚ ਵੀ ਉਹ ਫਖਰ ਮਹਿਸੂਸ ਕਰਦੇ ਨੇ। ਚੇਅਰਮੈਨ ਬਣਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਕਿਹੜੇ ਜੀਅ ਵਾਸਤੇ ਕਿਹੜਾ ਤੋਹਫਾ ਲੈ ਕੇ ਗਏ ਸੀ? ਦੇਖੋ ਜੀ, ਮੈਨੂੰ ਹੁਣ ਯਾਦ ਤਾਂ ਨਹੀਂ ਆ, ਲੇਕਿਨ ਸਭ ਤੋਂ ਵੱਡਾ ਤੋਹਫਾ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰਾ ਜਿਹੜਾ ਪਰਮੇਸ਼ਰ ਨੂੰ ਸੀ, ਕਿ ਮੈਂ ਧੰਨਵਾਦ ਦਾ ਤੋਹਫਾ ਜਿਹੜਾ ਪਰਮੇਸ਼ਰ ਨੂੰ ਇਹ ਦਿੱਤਾ ਸੀ, ਕਿ ਸ਼ੁਕਰ ਹੈ ਉਸ ਮਹਾਰਾਜ ਪਰਮਾਤਮਾ। ਸੋ ਜਿਹੜੀ ਮਾਰਕੀਟ ਕਮੇਟੀ ਧਾਰੀਵਾਲ ਹੈ, ਇਹ ਜਿੰਨੀ ਤੁਸੀਂ ਇਮਾਨਦਾਰੀ ਦੀ ਗੱਲ ਕੀਤੀ, ਤੁਸੀਂ ਜਦ ਤੱਕ ਸੀ ਉਦੋਂ ਤੱਕ ਐਸਾ ਕਿਹੜਾ ਕੰਮ ਹੈ ਜਿਹੜਾ ਕੰਮ ਪਹਿਲਾਂ ਹੁੰਦਾ ਸੀ ਤੇ ਤੁਹਾਡੇ ਹੁੰਦਿਆਂ ਨਹੀਂ ਹੋਇਆ? ਮਾਰਕੀਟ ਕਮੇਟੀ ਦੇ ਵਿੱਚ ਇਹੋ ਜਿਹੇ ਕਿਹੜੇ ਕੰਮ ਸੀ, ਗੈਰ ਕਾਨੂੰਨੀ ਕੰਮ, ਜਿਹੜੇ ਤੁਹਾਡੇ ਹੁੰਦਿਆਂ ਨਹੀਂ ਹੋਏ ਤਾਂ ਇਸ ਤੋਂ ਪਹਿਲਾਂ ਵੀ ਚੱਲਦੇ ਆ ਤੇ ਤੁਹਾਡੇ ਬਾਅਦ ਵੀ ਚੱਲਦੇ ਰਹੇ ਆ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਪਣੇ ਸਟਾਫ ਪਰਿਵਾਰ ਦੀ ਮੀਟਿੰਗ ਕੀਤੀ, ਔਰ ਮੀਟਿੰਗ ਕਰਕੇ ਉਹਨਾਂ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਪਹਿਲੇ ਕਿਸ ਤਰ੍ਹਾਂ ਚੱਲਦਾ ਸੀ, ਬਟ ਮੈਂ ਜਿੰਨੀ ਦੇਰ ਤੁਹਾਡੇ ਕੋਲ ਆ, ਮੈਂ ਜ਼ਰੂਰ ਆ ਕਿ ਮੈਨੂੰ ਤੁਹਾਡਾ ਪਰਿਵਾਰ ਦਾ ਸੀਨੀਅਰ ਲਾਇਆ ਗਿਆ। ਮੇਰੇ ਤੋਂ ਕੁਝ ਉਮਰ ਦੇ ਵੱਡੇ ਵੀ ਹੋਣਗੇ, ਬਟ ਮੈਂ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇੱਕ ਪਰਿਵਾਰ ਦੀ ਤਰ੍ਹਾਂ ਮਾਰਕੀਟ ਕਮੇਟੀ ਨੂੰ ਚਲਾਵਾਂਗੇ, ਤੇ ਮਿਲ ਕੇ ਜਿਹੜੀ ਮਾਰਕੀਟ ਕਮੇਟੀ ਦੀ ਜਿਹੜੀ ਬਿਹਤਰੀ ਦੇ ਲਈ ਤੇ ਜ਼ਿਮੀਂਦਾਰਾਂ ਦੇ ਜਿਹੜੀਆਂ ਬਿਹਤਰੀ ਦੇ ਲਈ ਜਿਹੜੇ ਕੰਮ ਕੀਤੇ ਜਾਣੇ ਚਾਹੀਦੇ ਆ। ਜੇ ਰਹੀ ਗੱਲ ਵੀ ਤੁਸੀਂ ਇਹ ਸੋਚੋ, ਮੈਨੂੰ ਇਹ ਵੀ ਪਤਾ ਲੱਗਿਆ ਸੀ, ਮੈਂ ਦੱਸਣਾ ਚਾਹਾਂਗਾ ਇੱਥੇ ਤੁਹਾਨੂੰ, ਜ਼ਰੂਰੀ ਹੈ ਇੰਟਰਵਿਊ ਦਾ ਸਾਥ, ਕਿ ਮੈਨੂੰ ਕੁਝ ਬੰਦਿਆਂ ਤੋਂ ਸਾਈਡ ਤੋਂ ਪਤਾ ਲੱਗਿਆ ਕਿ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਗਰੀਬ ਪਰਿਵਾਰ ਦਾ ਲਾਤਾ, ਇਹ ਭੁੱਖ ਬੜੀ ਖਿਲਾਰੇਗਾ। ਅੱਛਾ, ਇਹ ਛੋਟੇ ਲੈਵਲ ਤੇ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰੇਗਾ। ਜਿੱਦਾਂ ਮੈਨੂੰ ਨਹੀਂ ਪਤਾ ਕਿਉਂ ਉਹਨਾਂ ਨੇ ਸੋਚਿਆ, ਬਟ ਮੈਂ ਇਸ ਚੀਜ਼ ਦੀ ਵੀ ਮੀਟਿੰਗ ਲਈ, ਤੇ ਉਹਨਾਂ ਨੂੰ ਇੱਕ ਗੱਲ ਇਹ ਚੈਲੰਜ ਕਰਕੇ ਗਈ ਕਿ ਦੇਖੋ ਮੈਨੂੰ ਪਤਾ ਲੱਗਿਆ, ਪਤਾ ਨਹੀਂ ਕਿਸ ਬੰਦੇ ਨੇ ਗੱਲ ਕੀਤੀ ਹੈ ਵੀ ਇਹ ਗੱਲ ਹੈ, ਬਟ ਇਹ ਤੁਹਾਨੂੰ ਭੁਲੇਖਾ ਹੈ। ਮਤਲਬ ਭੁੱਖ ਖਿਲਾਰਨ ਵਾਲਾ ਜਿਹੜਾ ਮਾਮਲਾ ਸੀ, ਉਹ ਜੋ ਉਹਨਾਂ ਦੀ ਸੋਚ ਸੀ, ਵੀ ਗੱਲ ਤੇ ਉਹੀ ਆ ਗਈ ਕਿ ਇਹ ਛੋਟੀ ਕੈਟਾਗਰੀ ਚੋਂ ਆਏ ਨੇ, ਜਾਤ ਪਾਤ ਦਾ ਬਹੁਤ ਵੱਡਾ ਉੱਥੇ ਅੰਤਰ ਦੇਖਣ ਨੂੰ ਮਿਲਿਆ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਰੱਜ ਕੇ ਭ੍ਰਿਸ਼ਟਾਚਾਰ ਰੱਜ ਕੇ ਕਰੇਗਾ। ਬਟ ਉਹਨਾਂ ਨੂੰ ਮੈਂ ਮੀਟਿੰਗ ਕਰਕੇ ਚਾਹ ਬੁਲਾਈ, ਬੜੇ ਅੱਛੇ ਤਰੀਕੇ ਨਾਲ ਰਿਗਾਰਡਲੀ ਮੀਟਿੰਗ ਕੀਤੀ, ਤੇ ਉਹਨਾਂ ਨੂੰ ਕਿਹਾ ਵੀ ਦੇਖੋ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਕਿੰਨੇ ਚੇਅਰਮੈਨ ਹੋ ਕੇ ਗਏ ਨੇ ਤੇ ਮੇਰੇ ਤੋਂ ਬਾਅਦ ਕਿੰਨੇ ਆਉਣਗੇ, ਬਟ ਮੈਂ ਤੁਹਾਨੂੰ ਇੱਕ ਚੈਲੰਜ ਨਾਲ ਕਹਿਣਾ
ਕਿ ਮੇਰੇ ਨਾਲੋਂ ਅਮੀਰ ਬੰਦਾ ਪਹਿਲੇ ਨਾ ਕੋਈ ਆਇਆ ਹੋਵੇਗਾ ਤੇ ਨਾ ਮੇਰੇ ਤੋਂ ਬਾਅਦ ਆਣਾ। ਠੀਕ ਹੈ। ਤੇ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਆ। ਮੇਰੇ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਮੈਨੂੰ ਨਹੀਂ ਪਤਾ, ਬਟ ਜਿੰਨੀ ਦੇਰ ਮੈਂ ਕਰਦਾ ਮੇਰੇ ਨਾਂ ਤੇ ਨਾ ਕਿਸੇ ਡਾਇਰੈਕਟਰ ਮੈਂਬਰ ਨੂੰ ਨਾ ਮਾਰਕੀਟ ਕਮੇਟੀ ਦੇ ਸਟਾਫ ਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਭ੍ਰਿਸ਼ਟਾਚਾਰ ਦੇ ਪ੍ਰਤੀ ਕੋਈ ਪੈਸਾ ਇਕੱਠਾ ਕਰਨਾ ਜੇ ਮੈਨੂੰ ਪਤਾ ਲੱਗ ਗਿਆ, ਬਾਕੀ ਮੈਂ ਹਰ ਚੀਜ਼ ਮਾਫ ਕਰਾਂਗਾ ਲੇਕਿਨ ਇਹ ਚੀਜ਼ ਮਾਫ ਨਹੀਂ ਕਰਾਂਗਾ। ਕਿਆ ਬਾਤ ਹੈ ਜੀ, ਬਹੁਤ ਚੰਗੀ ਗੱਲ ਹੈ। ਭ੍ਰਿਸ਼ਟਾਚਾਰ ਨੂੰ ਪੂਰੀ ਨੱਥ ਪਾ ਕੇ ਰੱਖੀ ਤੁਸੀਂ। ਤਾਂ ਇਹਦਾ ਫਿਰ ਨਤੀਜਾ ਕੀ ਨਿਕਲਿਆ, ਇਹਦਾ ਰਿਜ਼ਲਟ ਕੀ ਆਇਆ? ਨਤੀਜਾ ਇਹ ਹੈ ਕਿ ਮਾਰਕੀਟ ਕਮੇਟੀ ਬਹੁਤ ਅੱਛੇ ਤਰੀਕੇ ਨਾਲ ਚੱਲੀ। ਜਦੋਂ ਮੇਰੀ ਇਸ ਸੋਚ ਨੂੰ ਦੇਖਿਆ, ਮੈਂ ਤੁਹਾਨੂੰ ਇੱਥੇ ਹੋਰ ਵੀ ਦੱਸਣਾ ਚਾਹਾਂਗਾ, ਮੈਂ ਝਿਜਕਾਂਗਾ ਨਹੀਂ ਇਹ ਗੱਲ ਕਰਨ ਤੋਂ, ਕਿ ਜਿਹੜੇ ਮੇਰੇ ਮੈਂਬਰ ਸਨ ਡਾਇਰੈਕਟਰ ਮਾਰਕੀਟ ਕਮੇਟੀ ਦੇ, ਜਿਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਚੱਲਣੀ ਸੀ, ਉਹ ਕੁਝ ਜ਼ਿਮੀਂਦਾਰ ਤਬਕੇ ਦੇ ਤੁਸੀਂ ਕਹਿ ਕੇ ਹਟੇ ਹੋ ਕਿ ਜਾਤ ਪਾਤ ਦਾ ਜਿਹੜਾ ਵਾ ਉਹ ਫਰਕ ਬਹੁਤ ਹੁੰਦਾ। ਅਸੀਂ ਤਾਂ ਨਹੀਂ ਰੱਖਦੇ ਲੇਕਿਨ ਸਾਡੇ ਦਾ ਕੀਤਾ ਜਾਂਦਾ। ਤੇ ਉੱਥੇ 5 ਡਾਇਰੈਕਟਰ ਮੈਂਬਰ ਜਿਹੜੇ ਮੇਰੇ ਸੀ, ਜਿੰਨੀ ਦੇਰ ਮੈਂ ਚੇਅਰਮੈਨ ਰਿਹਾ, ਉਹ ਮਾਰਕੀਟ ਕਮੇਟੀ ਨਹੀਂ ਆਏ। ਠੀਕ ਹੈ। ਫਿਰ 2-3 ਡਾਇਰੈਕਟਰ ਮੈਂਬਰ, ਆਪਾਂ 2 ਡਾਇਰੈਕਟਰ ਮੈਂਬਰ ਸੀ। ਇੱਕ ਮੇਰੇ ਨਾਲ ਕ੍ਰਿਸਚਨ ਸੀ ਭਾਈਚਾਰੇ ਦਾ, ਇੱਕ ਮਜਬੀ ਸਿੰਘ ਭਾਈਚਾਰੇ ਨਾਲ ਸੰਬੰਧਿਤ ਸੀ। ਬਾਕੀ 6 ਬੰਦੇ, ਇੱਕ ਕਸਤਰੀ ਸੀ। ਉਹਨਾਂ ਨੇ ਮੈਨੂੰ ਆਸ਼ਵਾਸਨ ਪੂਰਾ ਦਵਾਇਆ ਕਿ ਮੇਰੇ ਤੋਂ ਜਿੱਥੇ ਸਾਈਨ ਕਰਾਣੇ ਕਰਾ ਲਿਓ, ਬਟ ਮੇਰੇ ਕੋਲ ਟਾਈਮ ਹੈ ਨਹੀਂ ਮਾਰਕੀਟ ਕਮੇਟੀ ਆਉਣ ਦਾ। ਅੰਦਰੋਂ ਕਹਿ ਲਓ ਕਿ ਸ਼ਾਇਦ ਇਹੀ ਗੱਲ ਹੋਏਗੀ। ਫਿਰ ਮੇਰੀ ਇਮਾਨਦਾਰੀ ਦੇ ਕਰਕੇ ਜਾਂ ਮੇਰੇ ਸੁਭਾਅ ਦੇ ਕਰਕੇ ਦੂਸਰੇ ਗਰੁੱਪ ਦੇ ਜਿਹੜੇ ਡਾਇਰੈਕਟਰ ਮੈਂਬਰ ਸੀ, ਸਰਦਾਰ ਸੁੱਚਾ ਸਿੰਘ ਛੋਟੇਪੁਰ ਦੇ 7 ਡਾਇਰੈਕਟਰ ਮੈਂਬਰ ਉਹਨਾਂ ਦੇ ਸੀਗੇ, 8 ਕਾਂਗਰਸ ਆਈ ਦੇ ਸੀ। ਤਾਂ ਉਹਨਾਂ ਨੇ ਮੇਰੀ ਸੋਚ ਨੂੰ ਦੇਖਦੇ ਹੋਏ ਸਾਥ ਦਿੱਤਾ। ਉਹਨਾਂ ਨੇ ਮੈਨੂੰ ਆਪ ਮੀਟਿੰਗ ਕਰਕੇ ਕਿਹਾ ਕਿ ਚੇਅਰਮੈਨ ਸਾਹਿਬ ਅਸੀਂ ਤੁਹਾਨੂੰ ਪੜ੍ਹ ਲਿਆ। ਜੀ ਬਿਲਕੁਲ ਚੇਅਰਮੈਨ ਸਾਹਿਬ, ਉਹਨਾਂ ਨੇ ਤੁਹਾਡੀ ਪ੍ਰੀਖਿਆ ਲਈ ਔਰ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨੇ ਖਰੇ ਉਤਰੋਗੇ। ਉਹਨਾਂ ਨੇ ਤੁਹਾਡੀ ਕਮਜ਼ੋਰੀ ਲੱਭਣ ਦੀ ਕੋਸ਼ਿਸ਼ ਕੀਤੀ, ਇੰਤਜ਼ਾਰ ਕੀਤਾ ਕਦੋਂ ਤੁਸੀਂ ਕੋਈ ਗਲਤੀ ਕਰੋ ਤੇ ਕਦੋਂ ਤੁਹਾਨੂੰ ਧੌਣੋਂ ਫੜ ਕੇ ਤੇ ਤੁਹਾਡੇ ਥੱਲੋਂ ਇਹ ਚੇਅਰਮੈਨੀ ਦੀ ਕੁਰਸੀ ਖੋਹ ਲਈ ਜਾਵੇ। ਪਰ ਜਦੋਂ ਤੁਸੀਂ ਉਹਨਾਂ ਦੇ ਕਿਸੇ ਵੀ ਉਸ ਇਰਾਦੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਤਾਂ ਫਿਰ ਉਹ ਵਾਪਸ ਉਹਨਾਂ ਨੂੰ ਤੁਹਾਡੀ ਇਮਾਨਦਾਰੀ ਅੱਗੇ ਝੁਕਣਾ ਹੀ ਪਿਆ। ਇਹਦਾ ਰਿਜ਼ਲਟ ਅੱਛਾ, ਇਹ ਤੁਹਾਡੇ ਜਿਹੜੇ ਲੋਕ ਕੁਛ ਤੁਹਾਡੇ ਨਾਲ, ਸਾਰੇ ਤੇ ਤੁਹਾਡੇ ਕੰਮਾਂ ਨਾਲ ਖੁਸ਼ ਨਹੀਂ ਹੋਣਗੇ, ਕੁਛ ਨਾਰਾਜ਼ ਵੀ ਹੋਣਗੇ। ਤਾਂ ਜੋ ਜਿੱਦਾਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕੀਤਾ, ਕੋਈ ਲੋਕ ਉਹਨਾਂ ਕੋਲ ਤੁਹਾਡੀ ਸ਼ਿਕਾਇਤ ਕਰ ਲੈ ਕੇ ਨਹੀਂ ਗਏ ਕਿ ਕੀ ਐਡਾ ਇਮਾਨਦਾਰ ਬੰਦਾ ਸਾਡੇ ਸਿਰ ਤੇ ਬਿਠਾਤਾ ਜੀ? ਦੇਖੋ ਮੈਨੂੰ ਨਹੀਂ ਪਤਾ, ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਦੇ ਕੋਲੋਂ ਗਏ ਹੋਣਗੇ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਲੇਕਿਨ ਮੇਰੇ ਖਿਆਲ 'ਚ ਹੈ ਕਿ ਮੇਰੇ ਕੰਮ ਤੋਂ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਬਹੁਤ ਸੰਤੁਸ਼ਟ ਸੀਗੇ ਜੀ। ਕਦੀ ਬਾਜਵਾ ਸਾਹਿਬ ਨੇ ਤੁਹਾਨੂੰ ਮਿਲ ਕੇ ਤੁਹਾਡੇ ਕੰਮਾਂ ਕਰਦੇ ਹੋਏ ਤੁਹਾਡੀ ਪਿੱਠ ਥਪਥਪਾਈ, ਤੁਹਾਨੂੰ ਸ਼ਾਬਾਸ਼ ਦਿੱਤੀ ਕਿ ਸਾਡਾ ਜੋ ਮਕਸਦ ਸੀ, ਸਾਡਾ ਜਿਹੜੇ ਇਮਾਨਦਾਰੀ ਦਾ ਏਜੰਡਾ ਸੀ, ਤੁਸੀਂ ਉਹਨੂੰ ਜਿਵੇਂ ਸੀ ਅੱਗੇ ਵਧਾਇਆ, ਸਾਨੂੰ ਤੇਰੇ ਤੇ ਮਾਣ ਹੈ? ਬਹੁਤ ਵਾਰੀ ਉਹਨਾਂ ਨੇ ਮੇਰੀ ਪਿੱਠ ਥਾਪੀ ਹੈ ਤੇ ਬਹੁਤ ਜ਼ਿਆਦਾ ਮਾਣ ਸਤਿਕਾਰ ਵੀ ਦਿੱਤਾ। ਤੇ ਅੱਜ ਵੀ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਮੇਰੇ ਨਾਲ ਹੈ। ਚੇਅਰਮੈਨੀ ਤੋਂ ਉਤਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਫਿਰ ਮਾਰਕੀਟ ਕਮੇਟੀ ਦੇ ਵਿੱਚ ਮੰਡੀ ਦੇ ਵਿੱਚ ਆਣ ਕੇ ਤੁਸੀਂ ਲੇਬਰ ਸ਼ੁਰੂ ਕਰ ਦਿੱਤੀ? ਇਹ ਕੁਝ ਸਾਲਾਂ ਬਾਅਦ। ਸਾਲਾਂ ਬਾਅਦ ਕਿ ਮਹੀਨਿਆਂ ਬਾਅਦ? 1-2 ਸਾਲ ਤਾਂ ਮੈਂ ਜਿਹੜਾ ਸੀਗਾ ਫਰੀ ਰਿਹਾ ਤੇ ਮੇਰੇ ਖਿਆਲ ਦੂਸਰੇ ਸਾਲ ਮੈਂ ਫਿਰ ਆਪਣਾ ਜਿਹੜਾ ਕੰਮ ਪਹਿਲਾਂ ਸੀ ਲੇਬਰ ਦਾ, ਉਹ ਬੜੇ ਇਮਾਨਦਾਰੀ ਦੇ ਨਾਲ ਜਿੱਦਾਂ ਪਹਿਲੋਂ ਕਰਦਾ ਸੀ ਉਸ ਕੰਮ ਕਰਨ ਦੇ ਵਿੱਚ। ਤੁਸੀਂ ਤਾਂ ਆ ਗਏ ਕੰਮ ਕਰਨ ਨੂੰ, ਲੇਕਿਨ ਜਿਹੜੇ ਲੋਕ ਹੈ ਜਿੱਦਾਂ ਵਿਰੋਧੀ ਹੈ ਜਾਂ ਟੌਂਚ ਕਰਨ ਵਾਲੇ ਹੈ, ਯਾਰ ਦੋਸਤ ਹੈ, ਹਾਸੇ ਮਜ਼ਾਕ 'ਚ ਬਾਅਦ 'ਚ ਕਹਿ ਦਿੰਦਾ ਬੰਦਾ, ਤੇ ਆਣ ਕੇ ਟੀਚਰਾਂ ਨਹੀਂ ਹੋਈਆਂ ਵੀ ਉਹ ਦੇਖੋ ਚੇਅਰਮੈਨ ਸਾਡੀਆਂ ਬੋਰੀਆਂ ਚੁੱਕ ਰਿਹਾ, ਜਾਂ ਅਸੀਂ ਉਹ ਦੇਖੋ ਚੇਅਰਮੈਨ ਕੋ ਬੋਰੀਆਂ ਭਰਵਾ ਰਹੇ ਹਾਂ, ਸਮਾ ਰਹੇ ਹਾਂ? ਬਿਲਕੁਲ ਜੀ, ਇਹ ਗੱਲ ਤੁਸੀਂ ਜਿਹੜੀ ਕਹੀ ਆ, ਜ਼ਿਆਦਾ ਵਾਰ ਹਾਸੇ ਮਜ਼ਾਕ ਦੇ ਵਿੱਚ, ਚਾਹੇ ਉਹਨਾਂ ਨੇ ਸੀਰੀਅਸ ਕਹੀ ਹੋਵੇ, ਕਹਿੰਦੇ ਉਹ ਢਿੱਡੋਂ ਹੀ ਸੀ, ਕਹਿੰਦੇ ਉਹ ਲਾ ਕੇ ਹੀ ਸੀ, ਪਰ ਜਦੋਂ ਕਹਿਣਾ ਇਹੋ ਪੈਂਦਾ ਵੀ ਮੈਂ ਮਜ਼ਾਕ 'ਚ ਕਹੀ, ਚੇਅਰਮੈਨ ਸਾਹਿਬ ਗੁੱਸਾ ਨਾ ਕਰੇ। ਹਾਸੇ ਮਜ਼ਾਕ ਦੇ ਵਿੱਚ ਹੀ ਹੋ ਸਕਦਾ ਢਿੱਡੋਂ ਹੀ ਕਹਿੰਦੇ ਹੋਣ, ਬਟ ਸੁਣਨ ਨੂੰ ਮੈਨੂੰ ਮਜ਼ਾਕ ਦੇ ਵਿੱਚ ਬਹੁਤ ਜ਼ਿਆਦਾ ਮਿਲੀਆਂ। ਬਟ ਮੈਂ ਇਹਨੂੰ ਇਸ ਚੀਜ਼ ਦਾ ਕੋਈ ਦੁੱਖ ਨਹੀਂ ਆ,
ਮੈਂ ਅੱਜ ਵੀ ਸੰਤੁਸ਼ਟ ਹਾਂ। ਬੱਚਿਆਂ ਵਾਸਤੇ ਆਪਣੇ ਨੌਜਵਾਨ ਬੱਚਿਆਂ ਦੇ ਭਵਿੱਖ ਵਾਸਤੇ ਪ੍ਰਤਾਪ ਸਿੰਘ ਬਾਜਵਾ ਕੋਲੋਂ ਕਿਸੇ ਬੱਚੇ ਦੀ ਕੋਈ ਸਰਕਾਰੀ ਨੌਕਰੀ ਮੰਗ ਲੈਂਦੇ, ਲਵਾ ਦਿੰਦੇ, ਚੇਅਰਮੈਨ ਤੇ ਸੀ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਨੌਕਰੀ ਜਾਂ ਬੱਚਿਆਂ ਦਾ ਰੁਜ਼ਗਾਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਸੱਚੇ ਦੀ ਜੋ ਇੱਛਾ ਹੋਈ ਤੇ ਜ਼ਰੂਰ ਮਿਲਣਾ, ਲੇਕਿਨ ਇਹ ਦੁਨਿਆਵੀ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਦੋਂ ਵੀ ਪਾਵਰ 'ਚ ਆਉਂਦੇ ਨੇ, ਮੇਰੇ ਖਿਆਲ 'ਚ ਹੈ ਕਿ ਉਹ ਵੀ ਮੇਰਾ ਫਿਕਰ ਕਰਨਗੇ ਤੇ ਮੈਂ ਵੀ ਉਹਨਾਂ ਨੂੰ ਬਾਰ-ਬਾਰ ਕਹਿੰਦਾ ਰਹਿਣਾ। ਜੀ ਬਿਲਕੁਲ, ਇਸ ਸਾਡਾ ਮਸੀਹ। ਸੋ ਇਹ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਇਮਾਨਦਾਰ ਲੋਕਾਂ ਦੀ ਕਮੀ ਹੈ, ਬੜੇ ਬੜੇ ਇਮਾਨਦਾਰ ਲੋਕ ਨੇ ਮਹਿਕਮਿਆਂ 'ਚ, ਸਰਕਾਰੀ ਮਹਿਕਮਿਆਂ, ਪ੍ਰਾਈਵੇਟ ਮਹਿਕਮਿਆਂ ਦੇ ਵਿੱਚ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਰਾਜਨੀਤੀ ਦੇ ਵਿੱਚ ਵੀ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਬੇਈਮਾਨ ਤੇ ਬੁੱਕਲ ਦਾ ਸੱਪ ਹੀ ਹੋਵੇ। ਐਸੇ ਇਮਾਨਦਾਰ ਲੋਕ ਨੇ ਜਿਨ੍ਹਾਂ ਨੇ ਆਪਣੇ ਜਿਸ ਤਨ ਦੇ ਦੋ ਕੱਪੜਿਆਂ ਦੇ ਨਾਲ ਉਹ ਜਿਸ ਕੁਰਸੀ ਤੇ ਬੈਠੇ ਸੀ, ਉਹਨਾਂ ਦੇ ਘਰਾਂ ਦੇ ਵਿੱਚ ਉਹ ਅੱਜ ਵੀ ਉਹਨਾਂ ਦੇ ਪਰਿਵਾਰ ਨੇ ਜੇ 2 ਟਾਈਮ ਦੀ ਰੋਟੀ ਖਾਧੀ ਹੈ ਤੇ ਉਹ ਵੀ ਐਸੇ ਹੀ ਤਰ੍ਹਾਂ ਗੁਜ਼ਾਰਾ ਕੀਤਾ ਜਿੱਦਾਂ ਆਮ ਪਰਿਵਾਰ ਕਰਦੇ ਨੇ। ਇੱਦਾਂ ਦੇ ਵੀ ਲੋਕ ਹੈਗੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਸੀ ਜੇਮਸ ਮਸੀਹ, ਜਿਹੜੇ ਕਿ ਆਮ ਮੰਡੀਆਂ ਦੇ ਵਿੱਚ, ਦਾਣਾ ਮੰਡੀਆਂ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚ ਮਿਹਨਤ ਕਰਦੇ ਰਹੇ। ਉਹਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ, ਜਦੋਂ ਉਹਨਾਂ ਦੀ ਸੰਨ 2002 ਤੋਂ 2007 ਦੇ ਵਿੱਚ ਸਰਕਾਰ ਆਈ ਹੈ, ਤਾਂ ਉਸ ਸਰਕਾਰ ਦੇ ਦੌਰਾਨ 2005 ਦੇ ਵਿੱਚ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਦੇ ਤੌਰ ਤੇ ਇਹਨਾਂ ਨੂੰ ਥਾਪੜਾ ਦਿੱਤਾ ਹੈ ਔਰ ਇਹਨਾਂ ਦੀ ਤਾਜਪੋਸ਼ੀ ਹੋਈ। ਔਰ ਇਹਨਾਂ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਂਦੇ ਹੋਏ ਰਿਕਾਰਡ ਤੋੜ ਤਰੱਕੀ ਜਿਹੜੀ ਹੈ ਉਹ ਮਾਰਕੀਟ ਕਮੇਟੀ ਧਾਰੀਵਾਲ ਦੀ ਇਹਨਾਂ ਨੇ ਕੀਤੀ ਹੈ। ਉਹਦੇ ਦੌਰਾਨ ਇਹਨਾਂ ਲਾਲਚ ਕੋਈ ਨਹੀਂ ਰੱਖਿਆ, ਜਿੱਦਾਂ ਦੇ ਆਏ ਸੀ ਵੈਸੇ ਹੀ ਚੇਅਰਮੈਨੀ ਛੱਡਣ ਤੋਂ ਬਾਅਦ ਰਹੇ। ਜਿਸ ਮੰਡੀ ਦੇ ਵਿੱਚ ਮਿਹਨਤ ਪਹਿਲਾਂ ਕਰਦੇ ਸੀ ਚੇਅਰਮੈਨ ਬਣਨ ਤੋਂ, ਉਸੇ ਮੰਡੀ ਬੋਰਡ 'ਚ ਵਾਪਸ ਫਿਰ ਆਪਣੀ ਮਿਹਨਤ ਕਰ ਰਹੇ ਨੇ, ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ। ਤੋਂ ਅਕਸਰ ਅਸੀਂ ਓਬਾਮਾ ਦੀ ਉਦਾਹਰਣ ਆਮ ਦਿੰਦੇ ਸੀ, ਸੁਣਦੇ ਸੀ ਕਿ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ USA, ਜਿਨ੍ਹਾਂ ਦੇ ਰਾਸ਼ਟਰਪਤੀ ਓਬਾਮਾ ਜਦੋਂ ਰਾਸ਼ਟਰਪਤੀ ਅਹੁਦੇ ਤੋਂ ਹਟਦੇ ਨੇ ਤਾਂ ਉਹਨਾਂ ਦੀ ਪਤਨੀ ਔਰ ਉਹਨਾਂ ਦੇ ਬੱਚੇ ਕਿਵੇਂ ਮਿਹਨਤ ਕਰਦੇ ਨੇ, ਜੌਬ ਕਰਦੇ ਨੇ, ਨੌਕਰੀ ਕਰਦੇ ਨੇ। ਤਾਂ ਅਸੀਂ ਸੋਚਦੇ ਸੀ ਕਿ ਸਾਡੇ ਵੀ ਦੇਸ਼ 'ਚ ਕੋਈ ਇੱਦਾਂ ਦਾ ਲੀਡਰ ਹੋਏਗਾ ਕਿ ਜੋ ਆਪਣੀ ਕੁਰਸੀ ਛੱਡਣ ਤੋਂ ਬਾਅਦ ਮਿਹਨਤ ਕਰਦਾ ਹੋਇਆ ਦਿਖਾਈ ਦੇਗਾ। ਨਹੀਂ ਤਾਂ ਅਕਸਰ ਮੇਰੇ ਖਿਆਲ ਹੈ ਕਿ ਆਸ-ਪਾਸ ਝਾਤੀ ਮਾਰੀਏ ਤਾਂ ਹਰ ਇੱਕ ਬੰਦਾ ਲੀਡਰੀ ਕਰਨ ਤੋਂ ਬਾਅਦ, ਕੋਈ ਕੁਰਸੀ ਦਾ ਸੁੱਖ ਹੰਢਾਉਣ ਤੋਂ ਬਾਅਦ ਬਾਦਸ਼ਾਹੀ ਕਰਦੇ ਤਾਂ ਤੁਹਾਨੂੰ ਸਾਰੇ ਦਿਸ ਜਾਣਗੇ, ਪਰ ਫਿਰ ਫਕੀਰੀ ਕਰਦੇ ਕੋਈ ਮਿਲਣਗੇ। ਸੋ ਉਹਨਾਂ ਦੇ ਵਿੱਚੋਂ ਜੇਮਸ ਮਸੀਹ ਸੀ ਜਿਹਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਈ। ਸੋ ਉਹਨਾਂ ਨੇ ਨਾ ਤਾਂ ਕੋਈ ਲਾਲਚ ਰੱਖਿਆ, ਨਾ ਹੀ ਆਪਣੇ ਉਸ ਨੇਤਾ ਦੇ ਵਿਸ਼ਵਾਸ ਨੂੰ ਦਾਗਦਾਰ ਹੋਣ ਦਿੱਤਾ ਜਿਨ੍ਹਾਂ ਨੇ ਇਹਨਾਂ 'ਤੇ ਭਰੋਸਾ ਕਰਕੇ ਇਹਨਾਂ ਨੂੰ ਕੁਰਸੀ ਦਿੱਤੀ। ਨਾ ਹੀ ਇਹਨਾਂ ਨੇ ਕੋਈ ਪਰਿਵਾਰ ਦੀ ਤਰੱਕੀ ਮੰਗੀ, ਨਾ ਬੱਚਿਆਂ ਦੀ ਕੋਈ ਨੌਕਰੀ ਮੰਗੀ। ਪਰ ਉਮੀਦ ਜ਼ਰੂਰ ਹੈ ਇਹਨਾਂ ਨੂੰ ਕਿ ਜੇਕਰ ਆਉਣ ਵਾਲੇ ਸਮੇਂ 'ਚ ਫਿਰ ਕਾਂਗਰਸ ਸਰਕਾਰ ਜਿਹੜੀ ਹੈ, ਜਿਵੇਂ ਹੁਣ ਚੱਲ ਰਹੀ ਹੈ ਕਾਂਗਰਸ ਸਰਕਾਰ, ਪਰ ਜਦੋਂ ਪ੍ਰਤਾਪ ਸਿੰਘ ਬਾਜਵੇ ਦੀ ਜ਼ਰਾ ਵਜ਼ਾਰਤ ਆਏਗੀ ਤਾਂ ਉਸ ਸਮੇਂ ਇਹਨਾਂ ਦੀ ਵੀ ਸੁਣੀ ਜ਼ਰੂਰ ਜਾਏਗੀ। ਸੋ ਐਸੇ ਈਮਾਨਦਾਰ, ਨੇਕ ਦਿਲ ਔਰ ਐਸੇ ਇਨਸਾਨ ਨੂੰ ਸਾਡੇ ਚੈਨਲ ਵੱਲੋਂ ਵੀ ਬਹੁਤ ਬਹੁਤ ਦੁਆਵਾਂ ਔਰ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਅਸੀਂ ਤੁਹਾਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਔਰ ਪੰਜਾਬ ਦੀ ਇਸ ਧਰਤੀ ਤੋਂ, ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੀ ਦਾਣਾ ਮੰਡੀ 'ਚ ਅਸੀਂ ਬੈਠੇ ਹੋਏ ਹਾਂ। ਸੋ ਜਿੱਥੋਂ ਅਸੀਂ ਮਿਲਾ ਰਹੇ ਹਾਂ ਤੁਹਾਨੂੰ ਦਿਖਾਇਆ ਔਰ ਤੁਹਾਨੂੰ ਸੁਣਾਇਆ ਜੇਮਸ ਮਸੀਹ ਨੂੰ, ਜਿਹੜੇ ਲੇਬਰ ਕਰਨ ਤੋਂ ਬਾਅਦ ਮਿਹਨਤ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਚੇਅਰਮੈਨੀ ਹੰਡਾਉਣ ਤੋਂ ਬਾਅਦ ਫਿਰ ਮੰਡੀ ਬੋਰਡ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਮਿਹਨਤ ਕਰਦੇ ਨੇ, ਸੰਗਦੇ ਨਹੀਂ, ਘਬਰਾਉਂਦੇ ਨਹੀਂ ਤੇ ਨਾ ਹੀ ਕਿਸੇ ਦੀਆਂ ਗੱਲਾਂ ਦੀ ਪਰਵਾਹ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੇਮਸ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਅੱਜ ਮੈਨੂੰ ਸ਼ੁਕਰੀਆ ਪੇਸ਼ ਕੀਤਾ। ਮੈਂ ਧੰਨਵਾਦੀ ਹਾਂ NRI ਚੈਨਲ ਦਾ। ਇਸ ਮਾਧਿਅਮ ਦੇ ਜ਼ਰੀਏ ਮੈਂ ਮੈਸੇਜ ਵੀ ਕਰਨਾ ਚਾਹੁੰਦਾ ਕਿ ਕੋਸ਼ਿਸ਼ ਸਾਨੂੰ ਹਰ ਵੇਲੇ ਇਹ ਕਰਨੀ ਚਾਹੀਦੀ ਹੈ ਕਿ ਅਸਾਂ ਇਮਾਨਦਾਰੀ ਦੇ ਨਾਲ ਆਪਣੇ ਕੰਮਾਂ ਨੂੰ ਨਿਭਾਈਏ ਤਾਂ ਆਪਣੇ ਦੇਸ਼ ਦੀ ਜਿਹੜੀ ਆ ਉਹ ਤਰੱਕੀ ਕਰ ਸਕੀਏ।
ਰਸ਼ਪਾਲ ਸਿੰਘ ਦੀ ਰਿਪੋਰਟ ਦਾ ਟੀਵੀ NRI